होर वड्डी अपडेट आ रही है कि ਜਿਹੜੀਆਂ ਗੱਡੀਆਂ ਪਿੱਛਾ ਕਰ ਰਹੀਆਂ ਸੀ, ਜਿਵੇਂ ਅਸੀਂ ਸ਼ੁਰੂਆਤ ਤੋਂ ਦੱਸਿਆ ਸੀ ਕਿ ਟੋਇਟਾ ਕਰੋਲਾ ਗੱਡੀ ਹੈ। ਟੋਇਟਾ ਕਰੋਲਾ ਗੱਡੀ ਜਿਹੜੀ ਹੈ ਸੀਸੀਟੀਵੀ ਦੇ ਵਿੱਚ ਨਜ਼ਰ ਆਈ ਸੀ। ਟੋਇਟਾ ਕਰੋਲਾ ਗੱਡੀ ਔਰ ਦੂਸਰੀ ਜਿਹੜੀ ਮਹਿੰਦਰਾ ਬਲੈਰੋ ਗੱਡੀ, ਦੋਨੇ ਗੱਡੀਆਂ ਸ਼ੱਕੀ ਗੱਡੀਆਂ ਜਿਹੜੀਆਂ ਹਮਲਾਵਰ ਛੱਡ ਕੇ ਭੱਜੇ ਨੇ, ਉਹ ਪੁਲਿਸ ਨੇ ਰਿਕਵਰ ਕੀਤੀਆਂ ਨੇ। ਜਿਹੜੀਆਂ ਸੀਸੀਟੀਵੀ ਦੇ ਵਿੱਚ ਨਜ਼ਰ ਆਈਆਂ ਟੋਇਟਾ ਕਰੋਲਾ ਗੱਡੀ ਔਰ ਮਹਿੰਦਰਾ ਬਲੈਰੋ ਗੱਡੀ, ਇਹਨਾਂ ਤੇ ਜਿਹੜੇ ਨੰਬਰ ਲੱਗੇ ਹੋਏ ਸੀ ਦੋਨਾਂ ਗੱਡੀਆਂ ਤੇ दिल्ली ਦੇ ਨੰਬਰ ਲੱਗੇ ਹੋਏ ਸੀ ਔਰ ਇਹ ਦੱਸਿਆ ਜਾ ਰਿਹਾ ਕਿ ਜਾਲੀ ਨੰਬਰ ਸੀ। ਜਿਹੜੀ ਬਲੈਰੋ ਗੱਡੀ ਸੀ, ਮਹਿੰਦਰਾ ਬਲੈਰੋ ਗੱਡੀ, ਉਸ ਤੇ ਨੰਬਰ ਲੱਗਿਆ ਹੋਇਆ ਸੀ DL10CT0196 यानी DL10CT0196। एक ये नंबर लग्या होया सी मਹਿੰਦਰਾ ਬਲੈਰੋ ਤੇ और एक ਜਿਹੜੀ ਟੋਇਟਾ ਕਰੋਲਾ ਗੱਡੀ ਸੀ ਉਸ ਤੇ ਨੰਬਰ ਲੱਗਿਆ ਹੋਇਆ ਸੀ DL4CAE3414 DL4CAE3414। ਇਹ ਨੰਬਰ ਲੱਗੇ ਹੋਏ ਸੀ। ਇਹ ਪੁਲਿਸ ਨੇ ਰਿਕਵਰ ਕੀਤੀਆਂ ਨੇ ਦੋ ਗੱਡੀਆਂ, ਕਿਉਂਕਿ ਹਮਲਾਵਰ ਇਸ ਕਤਲकांड ਨੂੰ ਅੰਜਾਮ ਦੇਣ ਤੋਂ ਬਾਅਦ ਇਹ ਗੱਡੀਆਂ ਛੱਡ ਕੇ ਭੱਜ ਗਏ ਸੀ। ਸੀਸੀਟੀਵੀ ਦੇ ਵਿੱਚ ਅਸੀਂ ਇਹੀ ਦੋ ਗੱਡੀਆਂ ਦਿਖਾ ਰਹੇ ਸੀ। ਸਭ ਤੋਂ ਪਹਿਲਾਂ ਨਿਊਜ਼ 18 ਨੇ ਟੋਇਟਾ ਕਰੋਲਾ ਇਸ ਗੱਡੀ ਦਾ ਜ਼ਿਕਰ ਕੀਤਾ ਸੀ ਜਿਹੜੀ ਸਕਰੀਨ ਤੇ ਨਜ਼ਰ ਆ ਰਹੀ ਹੈ, ਟੋਇਟਾ ਕਰੋਲਾ, ਔਰ ਦੂਸਰੀ ਜਿਹੜੀ ਗੱਡੀ ਮਹਿੰਦਰਾ ਬਲੈਰੋ। ਇਹ ਦੋ ਗੱਡੀਆਂ ਜਿਸ ਦੀਆਂ ਅਸੀਂ ਐਕਸਕਲੂਸਿਵ ਤਸਵੀਰਾਂ ਨਿਊਜ਼ 18 ਦੇ ਕੋਲ ਪਹੁੰਚੀਆਂ ਨੇ ਪੁਲਿਸ ਸੋਰਸਿਸ ਤੋਂ। ਇਹ ਦੋ ਗੱਡੀਆਂ ਜਿਹੜੀਆਂ ਨੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇਹ ਗੱਡੀ ਹੈ ਮਹਿੰਦਰਾ ਬਲੈਰੋ ਔਰ ਇਹ ਦੂਸਰੀ ਗੱਡੀ ਹੈ ਟੋਇਟਾ ਕਰੋਲਾ। ਜਿਵੇਂ ਅਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਸੀ ਕਿ ਟੋਇਟਾ ਗੱਡੀ ਔਰ ਮਹਿੰਦਰਾ ਬਲੈਰੋ ਗੱਡੀ ਦੋ ਰਿਕਵਰ ਹੋਈਆਂ ਨੇ। ਇਹ ਨੰਬਰ ਵੀ ਨਜ਼ਰ ਆ ਰਿਹਾ ਹੈ ਜਿਹੜੀ ਬਲੈਰੋ ਗੱਡੀ ਹੈ ਔਰ ਇਸ ਦਾ ਵੀ ਨੰਬਰ ਨਜ਼ਰ ਆ ਰਿਹਾ DL4CAE3414। ਇਹ ਕਰੋਲਾ ਗੱਡੀ ਹੈ ਔਰ DL10CT0196 ਇਹ ਬਲੈਰੋ ਗੱਡੀ ਹੈ। ਯਾਨੀ ਇੱਕ ਆਲਟੋ ਕਾਰ ਦਾ ਜਿਹੜਾ ਅਸੀਂ ਜ਼ਿਕਰ ਕੀਤਾ ਕਿ ਇੱਕ ਗੱਡੀ ਦਾ ਤਾਂ ਪਤਾ ਲੱਗਿਆ ਕਿ ਇਹ ਹਮਲਾਵਰ ਇੱਕ ਆਲਟੋ ਕਾਰ ਹਥਿਆਰ ਦੀ ਨੋਕ ਤੇ ਖੋ ਕੇ ਫਰਾਰ ਹੋਏ ਸੀ। ਇਹ ਦੋਨੋਂ ਗੱਡੀਆਂ ਰਸਤੇ 'ਚ ਛੱਡੀਆਂ ਨੇ ਉਹਨਾਂ ਨੇ ਕਿਤੇ। ਹਾਲਾਂਕਿ ਪੁਲਿਸ ਨੇ ਇਸ ਚੀਜ਼ ਦਾ ਜ਼ਿਕਰ ਨਹੀਂ ਕੀਤਾ, ਸਪਸ਼ਟ ਤੌਰ ਤੇ ਨਹੀਂ ਦੱਸਿਆ ਕਿ ਕਿੱਥੋਂ ਬਰਾਮਦ ਹੋਈਆਂ ਨੇ, ਪਰ ਇਹ ਐਕਸਕਲੂਸਿਵ ਤਸਵੀਰ ਅਸੀਂ ਦਿਖਾ ਰਹੇ ਹਾਂ ਕਿ ਦੋਨੋਂ ਗੱਡੀਆਂ ਜਿਹੜੀਆਂ ਕਰੋਲਾ ਤੇ ਮਹਿੰਦਰਾ ਬਲੈਰੋ ਪਿੱਛਾ ਕਰ ਰਹੀਆਂ ਸੀ ਸਿੱਧੂ ਮੂਸੇਵਾਲਾ ਦੀ ਥਾਰ ਗੱਡੀ ਦਾ, ਇਹ ਦੋਨੇ ਗੱਡੀਆਂ ਰਿਕਵਰ ਕਰ ਲਈਆਂ ਹੈ ਪੁਲਿਸ ਨੇ, ਜਿਨ੍ਹਾਂ ਨੂੰ ਹਮਲਾਵਰ ਛੱਡ ਕੇ ਦੌੜ ਗਏ ਸੀ। ਔਰ ਦੋਨਾਂ ਗੱਡੀਆਂ ਤੇ ਜਿਹੜੇ ਨੰਬਰ ਲੱਗੇ ਸੀ ਇਹ ਜਾਲੀ ਨੰਬਰ ਸੀ, ਇਹ ਫੇਕ ਨੰਬਰ ਪਲੇਟਾਂ ਸੀ, ਸਸਪੈਕਟਡ ਸੀ। ਇਹ ਪੁਲਿਸ ਨੂੰ ਵੀ ਸੀਸੀਟੀਵੀ ਦੀ ਫੁਟੇਜ ਤੋਂ ਇਸ ਬਾਬਤ ਪਤਾ ਲੱਗ ਗਿਆ ਸੀ। ਜਿਸ ਵੇਲੇ ਅਸੀਂ ਇਹ ਜਾਣਕਾਰੀ ਦਿੱਤੀ ਸੀ ਕਿ ਟੋਇਟਾ ਕਰੋਲਾ ਗੱਡੀ ਇੱਕ ਸ਼ੱਕੀ ਹੈ, ਪਿੱਛਾ ਕਰ ਰਹੀ ਹੈ, ਦੂਸਰੀ ਮਹਿੰਦਰਾ ਬਲੈਰੋ ਗੱਡੀ ਹੈ। ਸੋ ਇਹ ਦੋਵੇਂ ਗੱਡੀਆਂ ਦੇ ਨੰਬਰ ਵੀ ਹੁਣ ਸਾਹਮਣੇ ਆ ਗਏ ਨੇ। ਦਿੱਲੀ ਦੇ ਨੰਬਰ ਸੀ, ਇਹ ਵੀ ਨਿਊਜ਼ 18 ਤੇ ਅਸੀਂ ਪਹਿਲਾਂ ਦੱਸਿਆ ਸੀ, ਉਹਨਾਂ ਦੀ ਤਸਵੀਰਾਂ ਵੀ ਸਾਹਮਣੇ ਆ ਗਈਆਂ ਨੇ। DL4CAE3414 ਜਿਹੜਾ ਨੰਬਰ ਹੈ ਬੜੇ ਅਜੀਬ ਤਰੀਕੇ ਨਾਲ ਲਿਖਿਆ ਗਿਆ ਹੈ। ਗਲਤ ਨੰਬਰ ਵੀ ਠੀਕ ਤਰੀਕੇ ਨਾਲ ਪੜਿਆ ਨਹੀਂ ਜਾ ਸਕਦਾ, ਬਹੁਤ ਕਲੋਜ਼ ਕਰਕੇ ਪੜਨਾ ਪੈਂਦਾ ਹੈ। ਔਰ ਜਿਹੜੀ ਬਲੈਰੋ ਗੱਡੀ ਹੈ, ਬਲੈਰੋ ਗੱਡੀ ਦਾ ਨੰਬਰ DL10CT0196। ਇਹ ਦੋਨੋਂ ਨੰਬਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇਹ ਐਕਸਕਲੂਸਿਵ ਜਿਹੜੀਆਂ ਤਸਵੀਰਾਂ ਨੇ ਉਹਨਾਂ ਗੱਡੀਆਂ ਦੀਆਂ। ਪੁਲਿਸ ਹੋ ਸਕਦਾ ਹੈ ਇਸ ਬਾਰੇ ਰਸਮੀ ਤੌਰ ਤੇ ਥੋੜੀ ਦੇਰ ਦੇ ਵਿੱਚ ਸਪਸ਼ਟ ਕਰੇ, ਥੋੜੀ ਦੇਰ ਦੇ ਵਿੱਚ ਹੋਰ ਬਿਆਨ ਆਵੇ, ਹੋਰ ਅਪਡੇਟ ਆਵੇ, ਪਰ ਨਿਊਜ਼ 18 ਤੇ ਅਸੀਂ ਸੋਰਸਿਸ ਦੇ ਮੁਤਾਬਕ ਇਹ ਦੱਸ ਰਹੇ ਹਾਂ ਕਿ ਇਹ ਗੱਡੀਆਂ ਮਿਲ ਚੁੱਕੀਆਂ ਨੇ ਜਿਨ੍ਹਾਂ ਨੂੰ ਹਮਲਾਵਰ ਛੱਡ ਕੇ ਦੌੜ ਗਏ ਸੀ। ਔਰ ਇੱਕ ਤੇ ਆਲਟੋ ਗੱਡੀ ਜਿਸ ਦਾ ਪਹਿਲਾਂ ਅਸੀਂ ਨੰਬਰ ਦਿਖਾਇਆ, ਉਹ ਉਹਨਾਂ ਵੱਲੋਂ ਹਥਿਆਰ ਦੀ ਨੋਕ ਤੇ ਖੋਈ ਗਈ ਹੈ ਫਰਾਰ ਹੋਣ ਮੌਕੇ। ਬਾਕੀ ਜਿਹੜੇ ਹਮਲਾਵਰ ਸੀ ਉਹ ਕਿਸ ਤਰੀਕੇ ਨਾਲ ਫਰਾਰ ਹੋਏ ਨੇ, ਕੀ ਉਹਨਾਂ ਨੇ ਕਿਸੇ ਹੋਰ ਗੱਡੀ ਦਾ ਇੰਤਜ਼ਾਮ ਕੀਤਾ ਸੀ ਜਾਂ ਕੋਈ ਹੋਰ ਗੱਡੀ ਖੋ ਕੇ ਗਏ ਨੇ, ਇਹ ਵੀ ਥੋੜੀ ਦੇਰ 'ਚ ਪੁਲਿਸ ਦੇ ਸੋਰਸਿਸ ਤੋਂ ਪਤਾ ਚੱਲ ਜਾਏਗਾ। ਹਰ ਐਂਗਲ ਤੋਂ ਪੁਲਿਸ ਖੰਗਾਲ ਰਹੀ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਇਹ ਪੂਰਾ ਪਲੈਨਡ ਮਰਡਰ ਜਿਹੜਾ ਹੈ ਉਸ ਨੂੰ ਅੰਜਾਮ ਦਿੱਤਾ ਹੈ, ਕਿਵੇਂ ਪੂਰਾ ਪਲਾਨ ਕੀਤਾ ਗਿਆ ਔਰ ਉਸ ਤੋਂ ਬਾਅਦ ਕਿਵੇਂ ਕਿਹੜੀਆਂ ਗੱਡੀਆਂ ਤੇ ਪਿੱਛਾ ਕੀਤਾ, ਫਿਰ ਅੱਗੇ ਉਹਨਾਂ ਨੇ ਕਿਵੇਂ ਫਰਾਰ ਹੋਣਾ ਸੀ, ਉਹ ਵੱਖਰੀਆਂ ਗੱਡੀਆਂ ਇਸਤੇਮਾਲ ਕੀਤੀਆਂ। ਸੋ ਇਹ ਦੋ ਗੱਡੀਆਂ ਜਿਹੜੀਆਂ ਨੇ ਇਹ ਨਜ਼ਰ ਆ ਰਹੀਆਂ ਨੇ ਤਸਵੀਰਾਂ ਦੇ ਵਿੱਚ। ਦੋਨਾਂ ਦੇ ਅਸੀਂ ਸੀਸੀਟੀਵੀ ਫੁਟੇਜ ਦਿਖਾਈ, ਉਸ ਵੇਲੇ ਦੱਸਿਆ ਸੀ ਕਿ ਟੋਇਟਾ ਕਰੋਲਾ ਗੱਡੀ ਹੈ ਔਰ ਦੂਸਰੀ ਜਿਹੜੀ ਹੈ ਮਹਿੰਦਰਾ ਬਲੈਰੋ ਗੱਡੀ ਹੈ। ਉਸ ਤੋਂ ਬਾਅਦ ਸੀਸੀਟੀਵੀ 'ਚ ਇਹੀ ਗੱਡੀਆਂ ਨਜ਼ਰ ਆਈਆਂ ਸੀ ਔਰ ਹੁਣ ਉਹਨਾਂ ਦੇ ਨੰਬਰ ਵੀ ਅਸੀਂ ਜਿਹੜੇ ਜਾਲੀ ਨੰਬਰ ਪਲੇਟਾਂ ਉਹਨਾਂ ਗੱਡੀਆਂ ਤੇ ਲੱਗੀਆਂ ਸੀ ਉਹ ਫਲੈਸ਼ ਕਰ ਰਹੇ ਆ। ਟੋਇਟਾ ਕਰੋਲਾ ਤੇ ਨੰਬਰ ਲੱਗਿਆ ਸੀ DL4CAE3414 ਔਰ ਦੂਸਰੀ ਗੱਡੀ ਤੇ ਨੰਬਰ ਲੱਗਿਆ ਸੀ DL10CT0196। ਸੋ ਇਹ ਦੋਨਾਂ ਗੱਡੀਆਂ ਤੇ ਨੰਬਰ ਲੱਗੇ ਹੋਏ ਨੇ। ਦੋਨੋਂ ਸ਼ੱਕੀ ਗੱਡੀਆਂ ਜਿਹੜੀਆਂ ਤਸਵੀਰਾਂ ਦੇ ਵਿੱਚ ਨਜ਼ਰ ਆਈਆਂ ਸੀ, ਇਹਨਾਂ ਨੂੰ ਹਮਲਾਵਰ ਛੱਡ ਕੇ ਦੌੜ ਗਏ ਔਰ ਹੁਣ
ਇਹ ਸਾਹਮਣੇ ਆਈਆਂ ਨੇ। ਮੇਰੇ ਸਹਿਯੋਗੀ ਗੌਰਵ ਸ਼ੁਕਲਾ ਜੁੜ ਚੁੱਕੇ ਨੇ ਮੇਰੇ ਨਾਲ। ਗੌਰਵ, ਜਿਵੇਂ ਸ਼ੁਰੂਆਤ ਕੀਤੀ ਆਪਾਂ, ਉਸ ਵੇਲੇ ਇਹਦਾ ਟੋਯੋਟਾ ਕਰੋਲਾ ਗੱਡੀ ਦਾ ਜ਼ਿਕਰ ਆਇਆ ਸੀ। ਹਾਲਾਂਕਿ ਉਹ ਸੀਸੀਟੀਵੀ 'ਚ ਸਪਸ਼ਟ ਨਹੀਂ ਹੁੰਦਾ ਸੀ ਕਿ ਗੱਡੀ ਕਿਹੜੀ ਹੈ, ਪਰ ਟੋਯੋਟਾ ਕਰੋਲਾ ਪੁਲਿਸ ਸੋਰਸਿਸ ਨੇ ਦੱਸੀ ਸੀ। ਨੰਬਰ ਵੀ ਸਾਹਮਣੇ ਆ ਗਿਆ, ਗੱਡੀ ਵੀ ਸਾਹਮਣੇ ਆ ਗਈ। ਆਪਾਂ ਪੂਰਾ ਸੀਕੁਐਂਸ ਨੂੰ ਜੋੜੀਏ ਤਾਂ ਜਿਹੜਾ ਗੱਡੀਆਂ ਦੇ ਨਾਲ ਪਿੱਛਾ ਕੀਤਾ ਗਿਆ, ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉਸ ਤੋਂ ਬਾਅਦ ਇਹ ਗੱਡੀਆਂ ਉੱਥੇ ਛੱਡ ਕੇ ਜਿਹੜੇ ਹਮਲਾਵਰ ਕਿਉਂ ਫਰਾਰ ਹੋ ਗਏ। ਜੀ ਜੀ। ਉਸ ਤੋਂ ਬਾਅਦ ਜਿਵੇਂ ਆਪਾਂ ਇਨਫੋਰਮੇਸ਼ਨ ਦੇ ਰਹੇ ਹਾਂ ਕਿ ਇੱਕ ਆਲਟੋ ਕਾਰ ਜਿਹੜੀ ਨਿੱਟੀ ਗਈ ਹੈ, ਤਾਂ ਇਹ ਇੱਕ ਸਮਝ ਆ ਰਿਹਾ ਕਿ ਗੱਡੀ ਬਦਲੀ ਕਿ ਪੂਰਾ ਪਲਾਨ ਸੀ, ਪੂਰਾ ਪਲਾਨ ਭੱਜਣਾ ਹੈ। ਤਾਂ ਇਹ ਸੀਸੀਟੀਵੀ ਦੇ ਵਿੱਚ ਆਈਆਂ ਹੋਈਆਂ। ਤਾਂ ਉਸ ਤੋਂ ਬਾਅਦ ਹੁਣ ਸਵਾਲ ਸੀ ਕਿ ਅੱਗੇ ਭੱਜਿਆ ਕਿਵੇਂ ਜਾਵੇ। ਤਾਂ ਉਹਨਾਂ ਨੇ ਇੱਕ ਹੋਰ ਗੱਡੀ ਲੁੱਟੀ ਬੰਦੂਕ ਦੀ ਨੋਕ ਦੇ ਉੱਤੇ, ਤਾਂ ਫਿਰ ਉੱਥੋਂ ਉਸ ਆਲਟੋ ਗੱਡੀ ਦੇ ਵਿੱਚ ਭੱਜੇ ਨੇ। ਔਰ ਇਹ ਪੂਰਾ ਸੀਕੁਐਂਸ ਜੁੜ ਰਿਹਾ, ਪਰ ਇਹ ਗੱਡੀਆਂ ਕਿੱਥੇ ਤੱਕ ਪੁਲਿਸ ਨੂੰ ਇਨਵੈਸਟੀਗੇਸ਼ਨ 'ਚ ਲੈ ਕੇ ਜਾਂਦੀਆਂ ਨੇ, ਇੱਕ ਵੱਡਾ ਸਵਾਲ ਹੈ। ਮੈਂ ਇੱਕ ਹੋਰ ਬਹੁਤ ਇੰਪੋਰਟੈਂਟ ਹੈ ਕਿ ਕਿਉਂਕਿ ਜੇ ਦੋ ਗੱਡੀਆਂ ਨੇ ਤਾਂ ਘੱਟੋ ਘੱਟ 7-8 ਲੋਕ ਨੇ, ਤਾਂ ਆਲਟੋ ਕਾਰ ਇੱਕ ਦੇ ਵਿੱਚ ਤਾਂ ਨਹੀਂ ਜਾ ਸਕਦੇ। ਇਸ ਦਾ ਮਤਲਬ ਹੈ ਕਿ ਜਾਂ ਤਾਂ ਕੋਈ ਹੋਰ ਉੱਥੇ ਜ਼ਿਆਦਾ ਵੀ ਹੋ ਸਕਦਾ। 10 ਤੋਂ ਜ਼ਿਆਦਾ ਗੱਡੀ ਦੀ 'ਚ 8-9 ਦੀ ਕੈਪੈਸਿਟੀ ਹੁੰਦੀ ਹੈ। ਹਾਂ, ਮਤਲਬ ਇਹ ਹੈ ਕਿ ਕੱਲੀ ਆਲਟੋ ਦੇ ਵਿੱਚ ਤਾਂ ਨਹੀਂ ਜਾ ਸਕਦੇ, ਜਾਂ ਤਾਂ ਉੱਥੋਂ ਦੌੜ ਗਏ, ਖਿੰਡ ਗਏ ਇੱਧਰ ਉੱਧਰ, ਜਾਂ ਫਿਰ ਦੂਜੇ ਪਾਸੇ ਹੈ ਕਿ ਇੱਕ ਗੱਡੀ ਆਲਟੋ ਜਿਸ ਦੀ ਇਨਫੋਰਮੇਸ਼ਨ ਹੁਣ ਤੱਕ ਆ ਚੁੱਕੀ ਹੈ, ਜਾਂ ਕੋਈ ਹੋਰ ਗੱਡੀ ਵੀ। ਕਿਉਂਕਿ ਗੌਰਵ ਇੱਕ ਚੀਜ਼ ਹੋਰ ਹੈ, ਬਹੁਤ ਸਾਰੇ ਆਪਾਂ ਬੜੀ ਦੇਰ ਤੋਂ ਜਰਨਲਿਜ਼ਮ ਕਰਦੇ ਆ, ਬਹੁਤ ਸਾਰੇ ਐਸੇ ਘਟਨਾਕ੍ਰਮ ਕਵਰ ਕੀਤੇ ਹੈ, ਜਦੋਂ ਹਮਲਾਵਰ ਭੱਜਦੇ ਹੈ ਤਾਂ ਕਈ ਵਾਰੀ ਉਹ ਜਿਹੜਾ ਪਲਾਨ ਹੈ, ਹੋ ਸਕਦਾ ਉਹਨਾਂ ਨੇ ਗੱਡੀਆਂ ਹੋਰ ਅੱਗੇ ਰੱਖੀਆਂ ਹੋਣ ਕਿ ਜਿਨ੍ਹਾਂ ਗੱਡੀਆਂ ਦੇ ਵਿੱਚ ਭੱਜਣਾ ਹੈ, ਪਰ ਕਈ ਵਾਰੀ ਹੜਬੜਾਹਟ ਦੇ ਵਿੱਚ ਜੇ ਤੁਸੀਂ ਇੱਧਰ ਉੱਧਰ ਭੱਜ ਲੈਂਦੇ ਹੋ ਤਾਂ ਫਿਰ ਜਿਸ ਨੂੰ ਰਾਹ ਦੇ ਵਿੱਚ ਜਿਹੜੀ ਗੱਡੀ ਮਿਲਦੀ ਹੈ, ਹੋ ਸਕਦਾ ਕੋਈ ਦੋ ਜਾਣੇ ਦੂਜੇ ਪਾਸੇ ਭੱਜੇ ਹੋਣ, ਤਾਂ ਉਹਨਾਂ ਨੇ ਆਲਟੋ ਗੱਡੀ ਜਿਹੜੀ ਸਾਹਮਣੇ ਆ ਰਹੀ ਹੈ ਬੰਦੂਕ ਦੀ ਨੋਕ ਤੇ, ਪਿਸਤੌਲ ਦੀ ਨੋਕ ਤੇ ਲੁੱਟੀ ਤੇ ਉਸ ਦੇ ਵਿੱਚ ਫਰਾਰ ਹੋ ਗਏ। ਕਈ ਵਾਰੀ ਜਿਹੜਾ ਪਲਾਨ ਹੁੰਦਾ ਉਹ ਐਕੂਰੇਟ ਉਸੇ ਤਰੀਕੇ ਨਾਲ ਕੰਮ ਨਹੀਂ ਕਰਦਾ, ਅਖੀਰ ਤੇ ਆ ਕੇ ਜੇ ਗੜਬੜਾ ਜਾਂਦਾ ਤਾਂ ਫਿਰ ਉਹ ਇਸ ਤਰੀਕੇ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਸ ਨੂੰ ਅੰਜਾਮ ਦਿੰਦੇ। ਮਤਲਬ ਤੁਹਾਡੇ ਕਹਿਣ ਦਾ ਇਹ ਕਿ ਇਹ ਹੋ ਸਕਦਾ ਹੈ ਕਿ ਉਹਨਾਂ ਨੇ ਅੱਗੇ ਆਪਣੀਆਂ ਹੋਰ ਗੱਡੀਆਂ ਦਾ ਅਰੇਂਜਮੈਂਟ ਪਹਿਲਾਂ ਕੀਤਾ ਹੋਵੇ ਔਰ ਉਹਨਾਂ ਦੇ ਵਿੱਚੋਂ ਕੋਈ ਗੱਡੀ ਖੋਈ ਦੀ। ਗੌਰਵ, ਜਦੋਂ ਕਿਤੇ ਵੀ ਕੋਈ ਗੱਡੀ ਖੋਈ ਜਾਂਦੀ ਹੈ ਹਥਿਆਰ ਦੀ ਨੋਕ ਤੇ, ਉਸ ਦੀ ਇਨਫੋਰਮੇਸ਼ਨ ਤੁਰੰਤ ਫਲੈਸ਼ ਹੁੰਦੀ ਹੈ। ਲੋਕ ਅੱਜ ਕੱਲ ਇੰਨੇ ਤੇ ਸਮਝਦਾਰ ਨੇ ਕਿ ਤੁਰੰਤ ਤੋਂ 100 ਨੰਬਰ ਤੇ ਜਾਂ ਕਿਸੇ ਵੀ ਕੰਟਰੋਲ ਰੂਮ ਤੇ ਫੋਨ ਕਰਦੇ ਆ ਕਿ ਮੇਰੀ ਗੱਡੀ ਕੁਝ ਬੰਦੇ ਖੋ ਕੇ ਭੱਜ ਗਏ। ਸੋ ਜੇ ਆਲਟੋ ਗੱਡੀ ਦੀ ਪੁਲਿਸ ਕੋਲੇ ਤੁਰੰਤ ਪ੍ਰਭਾਵ ਨਾਲ ਇਨਫੋਰਮੇਸ਼ਨ ਪਹੁੰਚ ਗਈ, ਜੇ ਹੋਰ ਗੱਡੀਆਂ ਵੀ ਖੋਈਆਂ ਹੁੰਦੀਆਂ ਤਾਂ ਇਨਫੋਰਮੇਸ਼ਨ ਪੁਲਿਸ ਕੋਲ ਪਹੁੰਚ ਜਾਣੀ ਸੀ। ਹਾਲੇ ਤੱਕ ਖੋਈ ਗੱਡੀ ਦੀ ਸਿਰਫ ਆਲਟੋ ਦੀ ਇਨਫੋਰਮੇਸ਼ਨ ਆਈ ਹੈ। ਇਹਦਾ ਮਤਲਬ ਹੋ ਸਕਦਾ ਹੈ ਉਹਨਾਂ ਨੇ ਕੁਝ ਹੋਰ ਗੱਡੀਆਂ ਅੱਗੇ ਰੱਖੀਆਂ ਹੋਣ ਫਰਾਰ। ਮਤਲਬ ਜਾਂ ਤਾਂ ਉਹਨਾਂ ਦੀ ਗੱਡੀਆਂ ਨੇ, ਜਾਂ ਫਿਰ ਦੂਜਾ ਇਹ ਹੈ ਕਿ ਉਹ ਖਿੰਡ ਗਏ ਹੋਣ, ਚਾਹੇ ਉਹ ਪਬਲਿਕ ਟਰਾਂਸਪੋਰਟ ਯੂਜ਼ ਕਰ ਰਹੇ ਨੇ ਜਾਂ ਭੱਜ ਰਹੇ ਨੇ ਜਾਂ ਕਿਸੇ ਹੋਰ ਤਰੀਕੇ ਨਾਲ ਇੱਧਰ ਉੱਧਰ ਚਲੇ ਗਏ। ਪਰ ਇੱਕ ਚੀਜ਼ ਜ਼ਰੂਰ ਕਲੀਅਰ ਹੈ ਕਿ ਜਿਵੇਂ ਪਹਿਲਾਂ ਐਸਐਸਪੀ ਦੀ ਜਿਹੜਾ ਬਿਆਨ ਆਇਆ, ਡੀਜੀਪੀ ਦਾ ਆਇਆ ਕਿ 6 ਤੋਂ 8 10 ਤੋਂ 12 ਪ੍ਰਤੱਖਦਰਸ਼ੀ ਕਹਿ ਰਿਹਾ ਸੀ ਕਿ 10 ਤੋਂ 12 ਲੋਕ ਸੀ, ਔਰ ਕਰੋਲਾ ਤੇ ਬਲੈਰੋ ਆਪਾਂ ਗੱਡੀ ਦੇਖ ਰਹੇ ਹਾਂ, 10 ਤੋਂ 12 ਲੋਕ ਇਹਨਾਂ ਦੇ ਵਿੱਚ ਹੋ ਸਕਦੇ ਆ ਈਜ਼ੀਲੀ। ਤਾਂ ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਆਲਟੋ ਦੇ ਨਾਲ ਨਾਲ ਹੋਰ ਤਾਂ ਗੱਡੀ ਹੈਗੀ ਆ। ਹੁਣ ਚਾਹੇ ਉਹਨਾਂ ਨੇ ਨਹੀਂ ਲੁੱਟੀ, ਪਹਿਲਾਂ ਤੋਂ ਅਰੇਂਜ ਕਰਕੇ ਰੱਖੀ ਸੀ, ਔਰ ਦੂਜੀ ਗੱਲ ਇਹ ਹੈ ਕਿ ਜਾਂ ਫਿਰ ਉਹ ਪਬਲਿਕ ਟਰਾਂਸਪੋਰਟ ਦੇ ਜ਼ਰੀਏ ਭੱਜੇ ਨੇ, ਭੱਜੇ ਤਾਂ ਹੈਗੇ ਹੀ ਨੇ, ਬਾਕੀ ਔਰ ਗਿਣਤੀ ਵੀ ਜ਼ਿਆਦਾ ਹੈ, ਤਾਂ ਇਕੱਲੀ ਆਲਟੋ ਤੱਕ ਸੀਮਿਤ ਨਹੀਂ ਹੈ। 30 ਰਾਉਂਡ ਗੌਰਵ ਫਾਇਰ ਹੋਏ ਨੇ। 30 ਰਾਉਂਡ ਫਾਇਰ ਦਾ ਮਤਲਬ ਹੈ ਜਿਵੇਂ ਡੀਜੀਪੀ ਕਹਿ ਰਹੇ ਸੀ ਕਿ 3 ਹਥਿਆਰ ਵਰਤੇ ਗਏ ਨੇ। ਸੋ ਜੇ 3 ਹਥਿਆਰ ਵਰਤੇ ਗਏ ਨੇ ਔਰ 30 ਰਾਉਂਡ ਫਾਇਰ ਹੋਏ ਨੇ ਤਾਂ ਕਿੰਨੇ ਲੋਕ ਹੋਣਗੇ? ਤਾਂ ਉਹਨਾਂ ਨੇ ਮਤਲਬ ਪੁਆਇੰਟ ਇਹ ਵੀ ਹੈ ਕਿ 3 ਹਥਿਆਰ ਨੇ, ਉਹ ਹੋ ਸਕਦਾ ਕਿ ਇੱਕ ਤਰ੍ਹਾਂ ਦੇ ਹੀ 2 ਹਥਿਆਰ ਹੋਣ, ਉਹ ਵੀ ਹੋ ਸਕਦਾ ਕਿ 3 ਬੰਦਿਆਂ ਕੋਲ ਸੇਮ ਤਰ੍ਹਾਂ ਦੀ ਪਿਸਟਲ ਹੋਵੇ। ਇਹ ਵੀ ਪੋਸੀਬਿਲਿਟੀ ਹੈਗੀ ਹੈ ਕਿ ਜੇ 10 ਤੋਂ 12 ਲੋਕ ਹੈਗੇ ਨੇ, 2 ਲੋਕ ਗੱਡੀ ਚਲਾ ਰਹੇ ਨੇ ਔਰ ਬਾਕੀ ਜਿਹੜੇ ਉਹ ਫਾਇਰ ਕਰ ਰਹੇ ਨੇ। ਪੂਰਾ ਪਲਾਨ ਤਾਂ ਇਸ ਤਰੀਕੇ ਨਾਲ ਹੀ ਹੋਏਗਾ ਕਿ ਇੱਕ ਗੱਡੀ ਨੇ ਜਾ ਕੇ ਓਵਰਟੇਕ ਕੀਤਾ, ਰੋਕੀ, ਤੇ ਦੂਜੀ ਗੱਡੀ ਦੇ ਵਿੱਚੋਂ ਬੰਦੇ ਨਿਕਲਦੇ ਆ। ਡੀਜੀਪੀ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ 3 ਤਰ੍ਹਾਂ ਦੇ ਹਥਿਆਰ ਬੋਲੇ। 3 ਤਰ੍ਹਾਂ ਦੇ ਹਥਿਆਰ ਉਹਨਾਂ ਨੇ 2 ਹਥਿਆਰਾਂ ਦਾ ਜ਼ਿਕਰ ਕੀਤਾ, ਤੀਸਰੇ ਹਥਿਆਰ ਦਾ ਜ਼ਿਕਰ ਨਹੀਂ ਕੀਤਾ। ਹੋ ਸਕਦਾ ਤੀਸਰਾ ਹਥਿਆਰ, ਕਿਉਂਕਿ AK-47 ਜਿਹੜੇ 9mm ਪਿਸਟਲ ਹੈ ਜਾਂ .33 ਜਾਂ ਉਹ ਜਿਹੜੇ ਨੇ ਉਹਨਾਂ ਦਾ ਤਾਂ ਉਹਨਾਂ ਨੇ ਈਜ਼ੀਲੀ ਜ਼ਿਕਰ ਕਰਤਾ, ਪਰ AK-47 ਦਾ ਜ਼ਿਕਰ ਕਰਨਾ ਪੁਲਿਸ ਦੇ ਲਈ ਵੀ ਇੱਕਦਮ ਜਿਹੜਾ ਹੈ ਉਹ ਪੁਲਿਸ ਅਫੋਰਡ ਨਹੀਂ ਕਰਦੀ ਜਦੋਂ ਤੱਕ ਪੁਲਿਸ ਨੂੰ ਕਨਫਰਮ ਨਹੀਂ ਹੁੰਦਾ। ਹਾਲਾਂਕਿ ਜਿਸ ਤਰੀਕੇ ਦੇ ਉੱਥੇ ਕਾਰਟ੍ਰਿਜਸ ਮਿਲੇ, ਖੋਲ ਮਿਲੇ, ਉਹਨਾਂ ਤੋਂ ਇਹ ਸ਼ੱਕ ਹੈ ਕਿ AK-47 ਪੁਲਿਸ ਨੇ ਡਿਨਾਈ ਨਹੀਂ ਕੀਤਾ ਹਾਲੇ ਤੱਕ ਕਿ AK-47 ਨਹੀਂ ਸੀ, ਪਰ ਡੀਜੀਪੀ ਨੇ 3 ਤਰ੍ਹਾਂ ਦੇ ਹਥਿਆਰ ਕਿਹਾ, 2 ਹਥਿਆਰਾਂ ਦਾ ਜ਼ਿਕਰ ਕੀਤਾ। ਸੋ ਤੀਸਰਾ ਹਥਿਆਰ ਕੀ AK-47 ਹੀ ਹੈ? ਕੀ ਤਾਬੜਤੋੜ ਗੋਲੀਆਂ ਉਹਦੇ ਨਾਲ ਚਲਾਈਆਂ ਗਈਆਂ? ਕੀ ਬ੍ਰਸਟ ਉਹਦੇ ਨਾਲ ਮਾਰੇ ਗਏ? 2 ਸਪੋਰਟਿਵ ਹਥਿਆਰ ਹੋ ਸਕਦੇ ਆ। ਸੋ ਨਪਿੰਦਰ ਬਰਾੜ ਨਜ਼ਰ ਆ ਰਹੇ ਨੇ ਸਾਡੇ ਸਹਿਯੋਗੀ, ਆਈਜੀ ਨਾਲ ਗੱਲਬਾਤ ਕਰਦੇ ਹੋਏ। ਆਈਜੀ ਮੌਕੇ ਤੇ ਪਹੁੰਚੇ ਨੇ, ਆਈਜੀ ਨਾਲ ਕੀ ਗੱਲਬਾਤ ਹੋਈ ਹੈ ਨਿਊਜ਼ 18 ਪੰਜਾਬ ਦੀ, ਸਾਡੇ ਸਹਿਯੋਗੀ ਨਪਿੰਦਰ ਬਰਾੜ ਗੱਲਬਾਤ ਕਰ ਰਹੇ ਨੇ, ਇੱਕ ਵਾਰੀ ਉਹ ਵੀ ਸੁਣਾ ਦਿੰਦੇ ਆ। प्रदीप कुमार यादव आई साहब साढ़े नाल आई साहब, पूरे इंसिडेंट को लेके हुण तक दी की अपडेट है? देखिए हमें कड़े इंपॉर्टेंट्स लीड्स मिले हैं इसमें, जो इसमें व्हीकल यूज़ हुई है
वो शकिया व्हीकल एक हमें रिकवर हुई है। इसके अलावा कुछ हमलावरों के बारे में इंपॉर्टेंट लीड्स मिली हैं। कई सारी टीम्स प्रेसिंग की हैं, कैसो ऑपरेशन चल रहा है, जहाँ जहाँ पे सस्पेक्टेड उनका मूवमेंट का पता चला है हमें। और इसके अलावा हमने एसआईटी यहाँ पे कॉन्स्टिट्यूट की है सीनियर ऑफिसर्स की। एसआईटी विल वर्किंग डे एंड नाइट जी, दिन रात काम करेंगे उस पर। हम लोग जल्दी ही सारी पूरी कॉन्स्पिरेसी को अनरेवल करेंगे जी। ਪਹਿਲੀ ਅਪਡੇਟ ਇਹ ਚਾਹਾਂਗਾ ਤੇ ਸ਼ੁਭਦੀਪ ਮੂਸੇਵਾਲਾ ਦੀ ਮੌਤ ਦੇ ਨਾਲ ਜਿਹੜੇ 2 ਲੋਕ ਜ਼ਖਮੀ ਨੇ ਉਹਨਾਂ ਦੀ ਕੀ ਕੰਡੀਸ਼ਨ ਹੈ ਜੀ काफ़ी क्रिटिकल है जी, रेफर किए गए हैं और देखते हैं क्या कहते हैं डॉक्टर जी। ਇੱਕ ਹੋਰ ਜਾਣਕਾਰੀ ਆ ਰਹੀ ਸੀ ਕਿ ਤੁਹਾਨੂੰ ਕੁਝ ਗੱਡੀਆਂ ਰਿਕਵਰ ਹੋਈਆਂ ਨੇ ਤੁਹਾਡੀ ਜਾਣਕਾਰੀ ਇਹ ਸੀ ਕਿ ਹਮਲਾਵਰ ਗੱਡੀਆਂ ਛੱਡ ਕੇ ਭੱਜੇ ਨੇ। देखिए जैसे ही घटना हुई तत्काल में कई जगह नाकाबंदी हुई है। संभवतः उसी को लेके हमलावरों ने कहीं पे गाड़ी छोड़ी है, वो चक्किया में लग रही है, उस पर हम लोग वर्कआउट कर रहे हैं। कुछ इंपॉर्टेंट लीड्स भी हमें उससे मिली हैं, तो हम लोग बहुत जल्दी हमलावर के पीछे पहुंच जाएंगे। ਕੁਝ ਲੋਕਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ। देखिए इन्वेस्टिगेशन कंप्लीट के बाद हम लोग इसमें बारे में बता पाएंगे। अब इन्वेस्टिगेशन अंडर वे है जी। ਤਾਂ ਪ੍ਰਦੀਪ ਕੁਮਾਰ ਆਈਜੀ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਹਮਲਾਵਰ ਗੱਡੀ ਛੱਡ ਕੇ ਭੱਜੇ ਨੇ ਔਰ ਗੱਡੀ ਰਿਕਵਰ ਹੋਈ ਆ, ਯਾਨੀ ਕਿਤੇ ਨਾ ਕਿਤੇ ਕਰੂ ਜਿਹੜੇ ਨੇ ਪੁਲਿਸ ਨੂੰ ਮਿਲ ਰਹੇ ਨੇ ਔਰ ਸੈੱਟ ਬਣਾ ਦਿੱਤੀ ਗਈ ਹੈ ਜਿਹੜੀ ਲਗਾਤਾਰ ਦਿਨ ਰਾਤ ਹੁਣ ਕੰਮ ਕਰੇਗੀ ਔਰ ਪੂਰੀ ਰਾਤ ਆਪਰੇਸ਼ਨ ਜਿਹੜਾ ਕਿਹਾ ਜਾ ਰਿਹਾ ਹੈ ਕਿ ਚਲਾਇਆ ਜਾਏਗਾ। ਔਰ ਦੇਖਦੇ ਹਾਂ ਕਿ ਕਦੋਂ ਤੱਕ ਪੁਲਿਸ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਪਾਉਂਦੀ ਹੈ। ਬੇਸ਼ੱਕ ਜ਼ਿੰਮੇਵਾਰੀ ਲੈ ਲਈ ਗਈ ਹੈ, ਪਰ ਜਿਹੜੇ ਹਮਲਾਵਰਾਂ ਨੇ ਇਸ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ, ਜਿਹੜੇ ਲੋਕਾਂ ਨੇ ਕਤਲ ਤਾਂ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਐਸਆਈਟੀ ਬਣਾ ਦਿੱਤੀ ਗਈ ਹੈ ਇਸ ਪੂਰੇ ਮਾਮਲੇ ਦੇ ਵਿੱਚ, ਸਿੱਧੂ ਮੂਸੇਵਾਲਾ ਦੇ ਮਰਡਰ ਕੇਸ ਦੇ ਵਿੱਚ। ਤੇ ਸਭ ਦੇ ਵਿਚਾਲੇ ਗਰਾਊਂਡ ਜ਼ੀਰੋ ਤੇ ਇਸ ਸਮੇਂ ਕੀ ਕੁਝ ਮਾਹੌਲ ਹੈ, ਕਿਉਂਕਿ ਸਿੱਧੂ ਮੂਸੇਵਾਲਾ ਮਾਨਸਾ ਤੋਂ ਆਉਂਦੇ ਨੇ, ਉਹਨਾਂ ਦੀ ਬਾਡੀ ਨੂੰ ਮਾਨਸਾ ਸਿਵਲ ਹਸਪਤਾਲ ਲਿਜਾਇਆ ਗਿਆ ਤੇ ਉੱਥੋਂ ਸਾਡੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ ਨਿਪਿੰਦਰ ਬਰਾੜ। ਮੈਂ ਨਿਪਿੰਦਰ ਨੂੰ ਦੇਖ ਪਾ ਰਿਹਾ। ਨਿਪਿੰਦਰ, ਮੈਂ ਸਿੱਧਾ ਤੁਹਾਡਾ ਰੁਖ ਕਰੂੰਗਾ। ਕੀ ਕੁਝ ਇਸ ਸਮੇਂ ਤੁਹਾਡੇ ਕੋਲ ਜਾਣਕਾਰੀ? ਬਹੁਤ ਅਨਫੋਰਚੂਨੇਟ, ਪੰਜਾਬ ਦੇ ਲਈ ਬਹੁਤ ਮੰਦਭਾਗਾ ਇਹ ਪੂਰਾ ਘਟਨਾਕ੍ਰਮ ਵਾਪਰਿਆ ਹੈ ਔਰ ਤੁਸੀਂ ਵੱਡੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਹੈ। ਇਸ ਸਮੇਂ ਮਾਹੌਲ ਕੀ ਹੈ ਉੱਥੇ ਔਰ ਕੀ ਕੁਝ ਪੁਲਿਸ ਕਹਿ ਰਹੀ ਹੈ? ਗੌਰਵ, ਬਿਲਕੁਲ ਇੱਕ ਨੌਜਵਾਨ ਗਾਇਕ ਜਿਸ ਦਾ ਬੜੀ ਛੋਟੀ ਉਮਰ ਦੇ ਵਿੱਚ ਇੰਨਾ ਵੱਡਾ ਨਾਮ ਬਣ ਜਾਂਦਾ ਹੈ, ਚਰਚਾ ਦੇ ਵਿੱਚ ਹੁੰਦਾ ਹੈ, ਪੋਲੀਟੀਕਲ ਪਾਰਟੀ ਦੇ ਵਿੱਚ ਚਲਾ ਜਾਂਦਾ ਹੈ, ਚੋਣ ਲੜਦਾ ਹੈ ਔਰ ਕਈ ਤਰ੍ਹਾਂ ਦੀ ਕੰਟਰੋਵਰਸੀ ਦੇ ਵਿੱਚ ਆਉਂਦਾ ਹੈ। ਉਸ ਤੋਂ ਬਾਅਦ ਕਤਲ ਹੋ ਜਾਂਦਾ ਹੈ, ਇੱਕ ਵੱਡਾ ਨਾਮ ਬਣਨ ਤੋਂ ਬਾਅਦ ਉਸ ਦਾ ਕਤਲ ਹੋ ਜਾਂਦਾ ਹੈ। ਔਰ ਅਜਿਹੇ ਹਾਲਾਤਾਂ ਦੇ ਵਿੱਚ ਤਾਂ ਜ਼ਾਹਿਰ ਜੀ ਗੱਲ ਹੈ ਕਿ ਇਕੱਲਾ ਮਾਨਸਾ ਨਹੀਂ, ਪੂਰੇ ਪੰਜਾਬ ਦੇ ਲਈ ਕਿਤੇ ਨਾ ਕਿਤੇ ਬੜੀ ਚੌਂਕਾ ਦੇਣ ਵਾਲੀ ਘਟਨਾ ਹੈ, ਚੌਂਕਾ ਦੇਣ ਵਾਲੀ ਖਬਰ ਹੈ। ਇਕਲੌਤਾ ਪੁੱਤ ਜਦੋਂ ਕਿਸੇ ਮਾਪਿਆਂ ਦਾ, ਔਰ ਉਹ ਵੀ ਐਸਾ ਪੁੱਤ ਜਿਹਨੇ ਬੜੇ ਥੋੜੇ ਟਾਈਮ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਨਾਮ ਕਮਾਇਆ ਹੋਵੇ, ਐਸੇ ਪੁੱਤ ਦਾ ਤੁਰੇ ਜਾਣਾ, ਐਸੇ ਪੁੱਤ ਦਾ ਮੌਤ ਦੇ ਮੂੰਹ 'ਚ ਜਾਣਾ ਕਿਤੇ ਨਾ ਕਿਤੇ ਵੱਡਾ ਇੱਕ ਐਸਾ ਸ਼ੌਕ ਹੈ ਜਿਹੜਾ ਐਸਾ ਘਾਟਾ ਸ਼ਾਇਦ ਪਰਿਵਾਰ ਦੇ ਲਈ ਕਦੇ ਪੂਰਾ ਨਹੀਂ ਹੋ ਸਕਦਾ। ਉੱਥੇ ਚਾਹੁਣ ਵਾਲਿਆਂ ਦੇ ਇੱਕ ਗੱਲ ਦੇਖਣ ਨੂੰ ਮਿਲੀ, ਕਹਿੰਦੇ ਹੁੰਦੇ ਆ ਕਿ ਜਦੋਂ ਕੋਈ ਮਰਦਾ ਤਾਂ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਹਨੇ ਜ਼ਿੰਦਗੀ 'ਚ ਕੀ ਖੱਟਿਆ। ਤਾਂ ਵੱਡੀ ਗਿਣਤੀ ਦੇ ਲੋਕ ਜਿਹੜੇ ਨੇ ਉਹ ਇੱਥੇ ਲਗਾਤਾਰ ਪਹੁੰਚ ਰਹੇ ਸੀ। ਹੁਣ ਕਿਉਂਕਿ ਟਾਈਮ ਕਾਫੀ ਹੋਇਆ, ਉਹ ਹਸਪਤਾਲ ਦੇ ਵੱਖ-ਵੱਖ ਥਾਵਾਂ ਤੇ ਖੜੇ ਨੇ। ਕੁਝ ਲੋਕ ਸਾਡੇ ਨਾਲ ਵੀ ਇੱਥੇ ਮੌਜੂਦ ਨੇ, ਕਿਉਂਕਿ ਮੇਰੇ ਪਿੱਛੇ ਜਿਹੜੀ ਤੁਸੀਂ ਬਿਲਡਿੰਗ ਦੇਖ ਰਹੇ ਹੋ ਇਹ ਸਿਵਲ ਹਸਪਤਾਲ ਮਾਨਸਾ ਦੀ ਹੈ ਔਰ ਬਿਲਕੁਲ ਪਿੱਛੇ ਦੀ ਬਿਲਡਿੰਗ ਹੈ ਜਿਹੜੀ ਉਸਦੇ ਮਗਰਲੇ ਪਾਸੇ ਮੋਰਚਰੀ ਹੈ ਜਿੱਥੇ ਉਸਦੀ ਲਾਸ਼ ਨੂੰ ਰੱਖਿਆ ਗਿਆ।